ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਆਸਤੇ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਨੇ ਜੀ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼। ਹੈਲੋ ਸਰ, ਵੈਲਕਮ ਟੂ ਦੀ ਸ਼ੋ। ਸ਼ੁਕਰੀਆ ਜੀ, ਧੰਨਵਾਦ। ਸੋ ਹਮੇਸ਼ਾ ਸਾਥ ਦਿੱਤਾ ਜੀ ਸਾਡੇ ਸਟੂਡੈਂਟਸ ਦਾ ਜਿਹੜੇ ਸਟੱਡੀ ਵੀਜ਼ਾ ਦੇ ਵਾਸਤੇ ਦੇਖਦੇ ਨੇ ਜੀ। ਸੋ ਤੁਹਾਡੇ ਵਾਸਤੇ ਜੀ ਯਾਨੀ ਅੱਜ ਆਸਟ੍ਰੇਲੀਆ, USA ਸਪੈਸ਼ਲੀ ਜਿਨ੍ਹਾਂ ਨੇ ਜਾਣਾ ਹੈ ਜੀ, ਤੁਹਾਡੀਆਂ ਪ੍ਰੋਫਾਈਲਸ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਕਿੱਦਾਂ ਦੇ ਸਟੂਡੈਂਟਸ ਨੂੰ ਵੀਜ਼ਾਸ ਮਿਲਣਗੇ। ਤੇ ਇਸ ਤੋਂ ਇਲਾਵਾ ਜੀ ਯੂਰਪ ਐਂਡ UK ਸਪੈਸ਼ਲੀ ਸੈਮੀਨਾਰ ਹੋਣ ਜਾ ਰਿਹਾ ਜੀ 21 ਤਰੀਕ ਨੂੰ ਨਵਾਂ ਸ਼ਹਿਰ ਦੇ ਵਿੱਚ। ਸੋ ਵਿਸ਼ਵਾਸ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਨਵਾਈਟ ਕਰ ਰਿਹਾ ਜੀ ਯੂਰਪ ਐਂਡ UK ਦੇ ਵਾਸਤੇ। ਸੋ ਕਿੱਦਾਂ ਦੀਆਂ ਪ੍ਰੋਫਾਈਲਸ ਹੋਣੀਆਂ ਚਾਹੀਦੀਆਂ ਨੇ ਜੀ ਇਹਨਾਂ ਦੋਨੋਂ ਕੰਟਰੀਜ਼ ਦੇ ਵਾਸਤੇ ਵੀ ਸੈਮੀਨਾਰ ਦੇ ਵਿੱਚ ਕੀ ਖਾਸ ਰਹੇਗਾ, ਇਹਦੇ ਉੱਤੇ ਪਹਿਲਾਂ ਮੈਂ ਡਿਸਕਸ ਕਰ ਲੈਂਦੀ ਹਾਂ ਜੀ। ਤੁਹਾਡੇ ਸਵਾਲ ਵੀ ਸੁਣੇ ਜਾਣਗੇ, ਤੁਸੀਂ ਕਾਲ ਕਰਦੇ ਰਹਿਣਾ, ਬਟ ਜਿਹੜਾ ਜਵਾਬ ਹੈ ਜੀ ਉਹ ਦੇਣਗੇ ਵਿਸ਼ਵਾਸ ਇੰਟਰਨੈਸ਼ਨਲ ਦਾ ਵੈਲ ਟ੍ਰੇਨਡ ਸਟਾਫ। ਸੋ ਦੇਰੀ ਨਹੀਂ ਕਰਨੀ ਜੀ। ਆਸਟ੍ਰੇਲੀਆ ਐਂਡ USA ਨੂੰ ਲੈ ਕੇ ਵੀ ਕੋਈ ਵੀ ਸਵਾਲ ਹੈ ਫਿਲਹਾਲ ਤੁਸੀਂ ਡਿਸਕਸ ਕਰ ਸਕਦੇ ਹੋ। ਯੂਰਪ ਐਂਡ UK ਸੈਮੀਨਾਰ ਹੋਣ ਜਾ ਰਿਹਾ, ਕੀ ਖਾਸ ਵੇਖਣ ਨੂੰ ਮਿਲੇਗਾ? ਖਾਸ ਸਭ ਤੋਂ ਵੱਡੀ ਗੱਲ ਇਹ ਹੈ ਕਿ UK ਦੀ ਅਗਰ ਗੱਲ ਕਰੀਏ, UK ਦੀ ਆਫਰ ਲੈਟਰਸ ਨੂੰ ਔਰ ਕੈਸ਼ ਲੈਟਰ ਨੂੰ ਲੈ ਕੇ ਦੇਰੀ ਹੋ ਰਹੀ ਹੈ, ਜਿਹਦੇ ਕਰਕੇ ਕਿ ਸਟੂਡੈਂਟ ਆਪਣਾ ਜਿਹੜਾ ਕਿ ਇੱਕ ਇਨਟੇਕ ਸਕਿਪ ਕਰ ਜਾਂਦੇ ਆ। ਕਿਉਂਕਿ UK ਦੇ ਵਿੱਚ ਕੰਪਨੀ ਦਾ ਬਹੁਤ ਵਧੀਆ ਹੋਲਡ ਹੈ। ਵਿਸ਼ਵਾਸ ਇੰਟਰਨੈਸ਼ਨਲ ਨਾ ਸਿਰਫ UK ਦੇ ਅੰਦਰ ਇੱਕ ਸਪੈਸ਼ਲਾਈਜੇਸ਼ਨ ਹੈ, ਬਲਕਿ ਆਪਾਂ ਇੱਕ UK ਬੇਸਡ ਕੰਪਨੀ ਹੋਣ ਦੇ ਨਾਤੇ ਸਾਡਾ ਯੂਨੀਵਰਸਿਟੀਜ਼ ਦੇ ਉੱਪਰ ਬਹੁਤ ਹੋਲਡ ਹੈ, ਜਿਹਦੇ ਚੱਲਦੇ ਤੁਸੀਂ ਕੱਲ੍ਹ ਯਾਨੀ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਨਵਾਂ ਸ਼ਹਿਰ ਆਫਿਸ ਦੇ ਵਿੱਚ ਤੁਸੀਂ ਬੱਸ ਸਟੈਂਡ ਦੇ ਸਾਹਮਣੇ ਸਕਰੀਨ ਤੇ ਤੁਸੀਂ ਫੋਨ ਨੰਬਰ ਚੱਲ ਰਹੇ, ਐਡਰੈਸ ਲੈ ਸਕਦੇ ਹੋ, ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਆਉਣਗੇ ਔਰ ਤੁਸੀਂ ਔਨ ਸਪੋਟ ਅਸੈਸਮੈਂਟ ਕਰਵਾ ਕੇ ਆਪਣੀ ਆਫਰ ਲੈਟਰ ਲੈ ਸਕਦੇ ਹੋ। ਔਰ ਅਗਰ ਤੁਹਾਡੇ ਫੰਡਸ ਰੈਡੀ ਹੈ ਤੇ ਵਿਦਨ ਫਿਊ ਡੇਜ਼ ਤੁਸੀਂ ਆਪਣਾ ਫੀਸ ਭਰ ਕੇ ਕੈਸ਼ ਵੀ ਲੈ ਸਕਦੇ ਹੋ ਜੀ। ਚਲੋ ਮੈਂ ਯੂਰਪ ਦੀ ਵੀ ਗੱਲ ਕਰਾਂਗੀ, ਪਰ ਫਿਲਹਾਲ ਕਿਉਂਕਿ ਤੁਸੀਂ UK ਦੀ ਸ਼ੁਰੂਆਤ ਕਰ ਰਹੇ ਹੋ। ਇੱਕ ਸਪੈਸ਼ਲਾਈਜੇਸ਼ਨ ਇੱਕ ਹੋ ਰਹੀ ਹੈ ਕਿ ਕੱਲ ਦੇ ਸੈਮੀਨਾਰ ਦੇ ਵਿੱਚ ਕੁਝ ਯੂਨੀਵਰਸਿਟੀਜ਼ ਅਸੀਂ ਇਦਾਂ ਦੀ ਆਫਰ ਕਰਨ ਜਾ ਰਹੇ ਹਾਂ ਜਿਹੜੇ ਕਿ ਵਿਦਆਊਟ ਇੰਟਰਵਿਊ ਤੁਹਾਨੂੰ ਡਾਇਰੈਕਟ ਅਨਕੰਡੀਸ਼ਨਲ ਦੇਣਗੀਆਂ, ਤੁਸੀਂ ਫੀਸ ਭਰ ਕੇ ਸਿੱਧਾ ਕੈਸ਼ ਲੈ ਸਕਦੇ ਹੋ। ਜਿਹਦੇ ਵਿੱਚ ਜੇਕਰ ਤੁਹਾਡਾ 5.5 ਬੈਂਡ ਓਵਰਆਲ ਹੈਗੇ, ਨਾਟ ਲੈਸ ਦੈਨ 5.5 ਓਵਰਆਲ 5.5 ਬੈਂਡ ਹੈ, ਤੁਸੀਂ ਗ੍ਰੈਜੂਏਟ ਹੋ, ਤੁਸੀਂ ਸਪਾਊਸ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਵਿਦਆਊਟ ਇੰਟਰਵਿਊ ਅਸੀਂ ਤੁਹਾਨੂੰ ਗਾਰੰਟੀਡ ਕੈਸ਼ ਇਸ਼ੂ ਕਰਵਾ ਕੇ ਦੇਵਾਂਗੇ। ਔਰ ਜਿੱਥੋਂ ਤੱਕ ਯੂਰਪ ਦਾ ਸਵਾਲ ਹੈ, ਓਕੇ, ਮਾਲਟਾ ਔਰ ਗ੍ਰੀਸ ਦੇ ਰਿਪਰੈਜ਼ੈਂਟੇਟਿਵ ਵੀ ਮੌਜੂਦ ਹੋਣਗੇ ਮੌਕੇ ਦੇ ਉੱਪਰ, ਜਿਹਦੇ ਵਿੱਚ ਤੁਸੀਂ ਔਨ ਸਪੋਟ ਐਡਮਿਸ਼ਨ ਲੈ ਕੇ ਆਪਣਾ ਪ੍ਰੋਸੈਸ ਕਰ ਸਕਦੇ ਹੋ। ਲੋ ਪ੍ਰੋਫਾਈਲ ਜਿਹੜੇ ਲੋ ਕੈਟਾਗਰੀ ਦੇ ਸਟੂਡੈਂਟਸ ਹੈ ਜਿਨ੍ਹਾਂ ਦਾ ਗੈਪ ਹੈ, ਆਇਲਸ ਨਹੀਂ ਕੀਤੀ, 50% ਜਾਂ ਲੈਸ ਦੈਨ 50% ਮਾਰਕਸ ਹੈ, ਉਹਨਾਂ ਨੂੰ ਵੀ ਇੱਕ ਸੁਨਹਿਰੀ ਮੌਕਾ ਹੈ ਮਾਲਟਾ ਜਾਂ ਗ੍ਰੀਸ ਜਾਣ ਲਈ। ਤੁਸੀਂ ਆਪਣਾ ਵੀਜ਼ਾ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ ਜੀ। UK ਤੇ ਮੈਂ ਸ਼ੁਰੂਆਤ ਕਰਾਂ, ਅਗਰ ਆਫਰ ਲੈਟਰ ਹੋ ਗਿਆ ਜਾਂ ਕੈਸ਼ ਲੈਟਰ, ਜਿਹਦਾ ਤੁਸੀਂ ਕਹਿ ਰਹੇ ਹੋ ਵੀ ਦੇਰੀ ਹੋ ਰਹੀ ਹੈ, ਰਾਈਟ, ਉਹਦਾ ਰੀਜ਼ਨ ਕੀ ਹੈ? ਉਹਦਾ ਬੇਸਿਕਲੀ ਰੀਜ਼ਨ ਇਹ ਹੈ ਕਿ ਜਦੋਂ ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਸਕਰੂਟਨਾਈਜ਼ ਕਰਦੀਆਂ ਪਈਆਂ, ਕਿ ਡਿਪੈਂਡ ਕਰਦਾ ਕਿ ਕਿਹੜੀ ਏਜੰਸੀ ਦੇ ਥਰੂ, ਕਿਹੜੀ ਆਰਗੇਨਾਈਜੇਸ਼ਨ ਦੇ ਥਰੂ, ਕਿਹੜੇ ਕੰਸਲਟੈਂਟ ਦੇ ਥਰੂ ਤੁਹਾਡੀ ਐਪਲੀਕੇਸ਼ਨ ਜਾ ਰਹੀ ਹੈ ਔਰ ਉਹਦਾ ਪਿਛਲਾ ਰਿਕਾਰਡ ਕੈਸਾ ਹੈ, ਯਾਨੀ ਕਿ ਪਾਸਟ ਦੇ ਵਿੱਚ ਉਸ ਕੰਪਨੀ ਵੱਲੋਂ ਭੇਜੇ ਗਏ ਸਟੂਡੈਂਟਸ ਦਾ ਜਿਹੜਾ ਸਕਸੈਸ ਰੇਟ ਤੋਂ ਇਲਾਵਾ ਜਿਹੜੀ ਸਟੂਡੈਂਟਸ ਦੀ ਰਿਟੇਨਿੰਗ ਹੈ ਉਹ ਕਿੰਨੇ ਪਰਸੈਂਟ ਹੈ। ਅਗਰ ਸਟੂਡੈਂਟਸ, ਕਿਉਂਕਿ ਵਿਸ਼ਵਾਸ ਇੰਟਰਨੈਸ਼ਨਲ ਹਮੇਸ਼ਾ ਆਪਣੇ ਸਟੂਡੈਂਟਸ ਨੂੰ ਸਹੀ ਗਾਈਡ ਕਰਦਾ ਔਰ ਉੱਥੇ ਲੋਕਲ ਬ੍ਰਾਂਚ ਹੋਣ ਦੇ ਕਰਕੇ ਆਪਾਂ ਵਰਕ ਦੇ ਵਿੱਚ ਵੀ ਔਰ ਅਕਾਮੋਡੇਸ਼ਨ ਦੇ ਵਿੱਚ ਵੀ ਔਰ ਕੁਝ ਹੋਰ ਅਗਰ ਯੂਨੀਵਰਸਿਟੀਜ਼ ਦੇ ਵਿੱਚ BRP ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮਸ ਆਉਂਦੀ ਹੈ, ਕੰਪਨੀ ਹੈਲਪ ਕਰਦੀ, ਜਿਹਦੇ ਚੱਲਦੇ ਸਾਡਾ ਅਪ ਟੂ 90% ਸਟੂਡੈਂਟ ਰਿਟੇਨ ਕਰਦਾ ਪਿਆ, ਸਟੂਡੈਂਟਸ ਪੜ੍ਹਦੇ ਆ, ਜਿਹਦੇ ਕਰਕੇ ਯੂਨੀਵਰਸਿਟੀ ਕਿਤੇ ਨਾ ਕਿਤੇ ਸਾਡੇ ਸਟੂਡੈਂਟਸ ਨੂੰ ਪ੍ਰੈਫਰੈਂਸ ਦਿੰਦੀ ਹੈ ਔਰ ਆਫਰ ਲੈਟਰ ਜਲਦੀ ਦਿੰਦੀ ਜੀ। ਸੋ ਹੁਣ ਜਿਹੜਾ ਆਫਰ ਲੈਟਰ ਹੈ, ਕੈਸ਼ ਲੈਟਰ ਔਨ ਸਪੌਟ ਵੀ ਮਿਲ ਜਾਏਗਾ ਜਾਂ ਥੋੜਾ ਟਾਈਮ? ਕੈਸ਼ ਲੈਟਰ, ਆਫਰ ਲੈਟਰ ਔਨ ਸਪੌਟ, ਯੈਸ, ਅਗਰ ਤੁਹਾਡੇ ਡਾਕੂਮੈਂਟਸ ਕੰਪਲੀਟ ਹੈ ਤਾਂ ਅਨਕੰਡੀਸ਼ਨਲ ਆਫਰ ਲੈਟਰ ਤੁਹਾਨੂੰ ਔਨ ਸਪੌਟ ਮਿਲ ਸਕਦਾ, ਜਾਂ ਕਿ ਕੰਡੀਸ਼ਨਲ ਆਫਰ ਮਿਲ ਸਕਦਾ। ਬਟ ਕੈਸ਼ ਲੈਣ ਲਈ ਬਾਕੀ ਫਾਰਮੈਲਿਟੀਜ਼ ਲਾਈਕ ਤੁਹਾਡਾ ਮੈਡੀਕਲ ਹੈ, ਤੁਹਾਡੀ ਫੀਸ ਦੀ ਪੇਮੈਂਟ ਹੈ, ਤੁਹਾਡੇ ਫੰਡਸ ਦੀ ਸਟੇਟਮੈਂਟ ਹੈ, ਉਹ ਸਾਰੀ ਫਾਰਮੈਲਿਟੀਜ਼ ਔਨ ਸਪੌਟ ਪੂਰੀਆਂ ਕਰਨਾ ਇਟਸ ਕੁਆਇਟ ਇੰਪੋਸੀਬਲ। ਸੈਮੀਨਾਰ ਦੇ ਵਿੱਚ ਕਿਹੜੇ ਡਾਕੂਮੈਂਟਸ ਤੁਹਾਨੂੰ ਚਾਹੀਦੇ ਹੋਣਗੇ? ਸਿਰਫ ਐਕੈਡਮਿਕ, ਪਾਸਪੋਰਟ ਔਰ ਆਇਲਸ, ਔਰ ਅਗਰ ਕੋਈ ਗੈਪ ਹੈ ਤਾਂ ਉਹਦੀ ਜਸਟੀਫਿਕੇਸ਼ਨ ਦੇ ਡਾਕੂਮੈਂਟ। ਬਿਨਾ ਆਇਲਸ ਤੋਂ ਅਗਰ ਅਪਲਾਈ ਕਰਨਾ ਹੋਏਗਾ ਤਾਂ ਵੀ ਸਟੂਡੈਂਟਸ ਆਣ? ਦੇਖੋ, ਮੈਂ ਬਿਲਕੁਲ ਹੋ ਸਕਦਾ, ਬਟ ਦੇਰ ਆਰ ਸਰਟੇਨ ਯੂਨੀਵਰਸਿਟੀਜ਼, ਵੈਰੀ ਲੈਸ ਨੰਬਰਸ, ਦੋਜ਼ ਕੈਨ ਐਕਸੈਪਟ ਦਾ ਸਟੂਡੈਂਟਸ ਵਿਦਆਊਟ ਆਇਲਸ ਐਜ਼ ਵੈਲ, ਬਟ ਸਟਿਲ ਆਪਾਂ ਇੱਕ ਸੁਜੈਸ਼ਨ ਦਿਆਂਗੇ, ਐਸਾ ਸਟੂਡੈਂਟ ਜਿਹਨੇ ਆਇਲਸ ਨਹੀਂ ਕੀਤੀ ਜਾਂ ਕਿਤੇ ਨਾ ਕਿਤੇ 5.5 ਬੈਂਡ ਤੇ ਜਾ ਕੇ ਅਟਕ ਜਾਂਦਾ, ਤੁਸੀਂ UKVI ਦੀ PT 43 ਓਵਰਆਲ ਜਾਂ ਫਿਰ 4.5 ਬੈਂਡ IELTS UKVI ਦੇ ਲੈ ਲਓ, ਅਸੀਂ ਵਿਦਆਊਟ ਇੰਟਰਵਿਊ ਨਾ ਸਿਰਫ ਤੁਹਾਡੀ ਆਫਰ ਲੈਟਰ ਬਲਕਿ ਅਨਕੰਡੀਸ਼ਨਲ ਵੀ, ਨਾ ਸਿਰਫ ਅਨਕੰਡੀਸ਼ਨਲ ਬਲਕਿ ਕੈਸ਼ ਵੀ, ਨਾ ਸਿਰਫ ਕੈਸ਼ ਬਲਕਿ ਵੀਜ਼ਾ ਵੀ ਰਿਲੀਜ਼ ਕਰਵਾ ਕੇ ਦੇਵਾਂਗੇ। ਗ੍ਰੇਟ। ਸੋ ਫਿਲਹਾਲ ਜੀ ਜਿਨ੍ਹਾਂ ਨੇ UK ਜਾਣਾ ਹੈ,
ਆਮ ਸ਼ੋਰ ਕਿ ਸਪਾਊਸ ਦੇ ਨਾਲ ਵੀ ਤੁਹਾਨੂੰ ਜਾਣ ਦਾ ਮੌਕਾ ਮਿਲੇਗਾ ਜੀ ਯੂਕੇ, ਤੇ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਵੀ ਬਣ ਸਕਦੇ ਹੋ। ਸੋ ਜਿਨ੍ਹਾਂ ਦੇ ਗੈਪ ਦੀ ਪ੍ਰੋਬਲਮ ਹੈ, ਇੱਕ ਵਾਰੀ ਕਾਈਂਡਲੀ ਉਹ ਜ਼ਰੂਰ ਵਿਜ਼ਿਟ ਕਰ ਲੈਣਗੇ ਯੂਕੇ ਦੇ ਵਿੱਚ। ਹਾਲਾਂਕਿ ਐਸਾ ਚ ਇੰਨੀ ਦਿੱਕਤ ਨਹੀਂ ਆਉਂਦੀ ਜਿੰਨੇ ਕਿ ਬਾਕੀ ਜਿਹੜੀਆਂ ਕੰਟਰੀਜ਼ ਨੇ, ਮਾਈਟ ਵੀ ਥੋੜੀਆਂ ਜ਼ਿਆਦਾ ਸਟ੍ਰਿਕਟ ਨੇ। ਹਾਂ, ਯੂਕੇ ਦੇ ਵਿੱਚ ਅਗਰ ਤੁਹਾਡਾ ਯੂਨੀਵਰਸਿਟੀ ਤੋਂ ਕੈਸ਼ ਰਿਲੀਜ਼ ਹੋ ਹਾਂਜੀ, ਜਾਂਦਾ, ਓਵਰਆਲ ਇਹ ਗੱਲ ਮੈਂ ਮੁੜ ਕੇ ਪਲਟ ਕੇ ਕਹਿਣਾ ਚਾਹੁੰਦਾ ਕਿ ਅਗਰ ਜਿਹੜੀ ਆਰਗੇਨਾਈਜੇਸ਼ਨ ਦਾ, ਜਿਹੜੇ ਕੰਸਲਟੈਂਟ ਦਾ ਯੂਨੀਵਰਸਿਟੀ ਦੇ ਉੱਪਰ ਹੋਲਡ ਹੈ, ਹਾਂਜੀ, ਵਨਸ ਕੈਸ਼ ਵਿਲ ਬੀ ਰਿਲੀਜ਼ਡ ਬਾਈ ਦਾ ਯੂਨੀਵਰਸਿਟੀ, ਤਾਂ ਫਿਰ ਗੈਪ ਦੀ ਜਸਟੀਫਿਕੇਸ਼ਨ ਹਾਈ ਕਮਿਸ਼ਨ ਨੂੰ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਠੀਕ ਹੈ ਜੀ। ਸੋ ਯੂਕੇ ਜਿਨ੍ਹਾਂ ਨੇ ਜਾਣਾ, ਇਸ ਤੋਂ ਇਲਾਵਾ ਯੂਰਪ ਯਾਨੀ ਕਿ ਜਿਨ੍ਹਾਂ ਦਾ ਘੱਟ ਬਜਟ ਹੈ ਜਾਂ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ ਜਾਂ 5.5 ਬੈਂਡ ਰਹਿ ਜਾਂਦੇ ਨੇ, ਜਾਂ ਬੜੇ ਸਟੂਡੈਂਟ ਜਿਨ੍ਹਾਂ ਦੇ 5 ਬੈਂਡ ਵੀ ਹੁੰਦੇ ਨੇ। ਸੋ ਆਮ ਸ਼ੋਰ ਜੀ ਮਾਲਟਾ ਐਂਡ ਗ੍ਰੀਸ, ਯੂਰਪ ਵਰਗੇ ਤੁਹਾਨੂੰ ਮੁਲਕ ਦੇ ਵਿੱਚ ਇੱਥੇ ਮੌਕਾ ਮਿਲ ਰਿਹਾ ਕਿ ਤੁਸੀਂ ਇਹਨਾਂ ਸੈਮੀਨਾਰ ਨੂੰ ਅਗਰ ਤੁਸੀਂ ਅਟੈਂਡ ਕਰਦੇ ਹੋ, ਆਮ ਸ਼ੋਰ ਕਿ ਕੋਈ ਨਾ ਕੋਈ ਆਪਸ਼ਨ ਤੁਹਾਡੇ ਸਾਰਿਆਂ ਦੇ ਵਾਸਤੇ ਹੋਏਗੀ। ਮਾਲਟਾ ਐਂਡ ਗ੍ਰੀਸ ਦੇ ਵਾਸਤੇ ਕੀ ਰਿਕੁਆਇਰਮੈਂਟਸ ਨੇ? ਕੀ तो अगर ਤੁਸੀਂ 17 ऑनवर्ड्स ਪਾਸ ਆਊਟ ਹੋ ਔਰ 50% ਤੋਂ ਅਬਵ ਮਾਰਕਸ ਹੈ ਤਾਂ ਤੁਸੀਂ ਗ੍ਰੀਸ ਦੇ ਅੰਦਰ ਵਿਦਆਊਟ ਆਇਲਸ ਆਪਣਾ ਆਫਰ ਲੈਟਰ ਐਕਸੈਪਟ ਹੋ ਸਕਦਾ ਤੁਹਾਡਾ ਆਫਰ ਲੈਟਰ। ਮਾਲਟਾ ਦੀ ਅਗਰ ਗੱਲ ਕਰੀਏ, ਤੁਹਾਡਾ 5 ਤੋਂ 7 8 9 ਸਾਲ ਤੱਕ ਦਾ ਗੈਪ ਵੀ ਹੈ, ਪਰਸੈਂਟੇਜ ਲੋ, ਆਇਲਸ ਦੀ ਕੋਈ ਰਿਕੁਆਇਰਮੈਂਟ ਨਹੀਂ, ਤੁਸੀਂ ਆਫਰ ਲੈਟਰ ਵਿਦਿਨ 24 ਆਵਰਸ ਲੈ ਸਕਦੇ ਹੋ ਵਿਸ਼ਵਾਸ ਇੰਟਰਨੈਸ਼ਨਲ ਦੇ। ਇੱਥੇ ਇੰਟਰਵਿਊ ਹੁੰਦੀ ਹੈ ਜਿਹੜੀ ਐਮਬੈਸੀ ਹੈ ਯੂਰੋਪੀਅਨ ਕੰਟਰੀਜ਼ ਦੇ ਵਿੱਚ 99% ਕੇਸਸ ਦੇ ਵਿੱਚ देयर विल बी ਇੰਟਰਵਿਊ ਕੰਡਕਟ ਬਾय ਦਾ ਹਾਈ ਕਮਿਸ਼ਨ। ਓਕੇ, ਬਟ ਨਾਰਮਲ ਇੰਟਰਵਿਊ ਹੈ, ਜਸਟ ਇੱਕ ਤੁਸੀਂ ਆਪਣੀ ਇੰਟਰੋਡਕਸ਼ਨ ਦੇਣੀ ਹੈ, ਥੋੜਾ ਬਹੁਤ ਤੁਹਾਨੂੰ ਪਾਸ ਸਟੱਡੀਜ਼ ਦੇ ਬਾਰੇ, ਆਪਣੀ ਪ੍ਰੀਵੀਅਸ ਕੁਆਲੀਫਿਕੇਸ਼ਨ ਦੇ ਬਾਰੇ, ਔਰ ਜਿਹੜੇ ਪ੍ਰੈਜ਼ੈਂਟ ਤੁਸੀਂ ਕੋਰਸ ਕਾਲਜ ਯੂਨੀਵਰਸਿਟੀ ਚੂਜ਼ ਕੀਤਾ ਉਹਦੇ ਲਈ ਸਾਡੀ ਟ੍ਰੇਨ ਟੀਮ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੰਦੀ ਹੈ, ਕੁਐਸਚਨਰ ਪ੍ਰੋਵਾਈਡ ਕਰਵਾਉਂਦੀ ਹੈ, ਪ੍ਰੈਕਟਿਸ ਕਰਵਾਉਂਦੀ ਹੈ, ਜਿਹਦੀ ਵਜ੍ਹਾ ਤੋਂ ਕਰੀਬ 90% ਸਕਸੈਸ ਰੇਟ ਹੈਗਾ ਜਿਹੜਾ ਮਾਲਟਾ ਔਰ ਗ੍ਰੀਸ ਦਾ। ਗ੍ਰੇਟ। ਸੋ ਫਿਲਹਾਲ ਜੀ ਯਾਨੀ ਆਪਸ਼ਨ ਹੁਣ ਸਾਰਿਆਂ ਦੇ ਵਾਸਤੇ ਹੀ ਹੈਗੀ ਹੈ ਜਿਨ੍ਹਾਂ ਨੇ ਬਾਹਰ ਜਾਣਾ ਹੁੰਦਾ ਹੈ। ਸੋ ਇਸ ਤੋਂ ਇਲਾਵਾ ਜੀ ਆਸਟ੍ਰੇਲੀਆ ਐਂਡ USA, ਆਸਟ੍ਰੇਲੀਆ ਦੇ ਵੀਜ਼ਾਸ ਆ ਰਹੇ ਨੇ? ਅਗਰ ਆ ਰਹੇ ਨੇ, ਕਿੰਨੇ ਟਾਈਮ ਯਾਨੀ ਅਪਲਾਈ ਕੀਤੇ ਨੂੰ ਹੋਇਆ ਜਿਹੜੇ ਤੁਹਾਡੇ ਥਰੂ ਗਏ ਨੇ ਸਟੂਡੈਂਟਸ ਅਪਲਾਈ ਹੋਏ? ਆਸਟ੍ਰੇਲੀਆ ਦੇ ਵਿੱਚ ਹੁਣ ਦੁਬਾਰਾ ਤੋਂ ਇੱਕ ਤਰੀਕੇ ਨਾਲ ਮਾਰਕੀਟ ਦੇ ਵਿੱਚ ਜਿਹਨੂੰ ਕਹਿੰਦੇ ਨਾ ਕਿ ਰੌਣਕ ਆ ਗਈ ਹੈ, ਵੀਜ਼ਾਸ ਆਣੇ ਸਟਾਰਟ ਹੋ ਗਏ ਹੈ। ਬਟ ਅਗੇਨ ਆਸਟ੍ਰੇਲੀਆ ਦੇ ਵਿੱਚ ਵੀ ਸੇਮ ਲਾਈਕ ਇੰਗਲੈਂਡ, ਜਿਸ ਤਰ੍ਹਾਂ ਕਿ ਮੈਂ ਕਿਹਾ ਕਿ UK ਦੇ ਵਿੱਚ ਹਾਈ ਕਮਿਸ਼ਨ ਫਾਈਲ ਪਹੁੰਚਾਉਣਾ ਥੋੜਾ ਜਿਹਾ ਔਖਾ ਹੈ, ਸੇਮ ਇਸੇ ਤਰ੍ਹਾਂ ਯੂਨੀਵਰਸਿਟੀਜ਼ ਤੋਂ ਲੈਟਰ ਆਫ ਐਕਸੈਪਟੈਂਸ ਲੈਣਾ, COE ਲੈਣਾ, ਆਫਰ ਲੈਟਰ ਲੈਣਾ, GT ਕਲੀਅਰ ਕਰਵਾਉਣਾ ਇਜ਼ ਅ ਟਫ ਜੌਬ, ਜਿਹਦੇ ਲਈ ਸਾਡੀ ਐਕਸਪਰਟਾਈਜ਼ ਟੀਮ ਹੈਗੀ ਹੈ। ਜੇਕਰ ਅਗਰ ਮੈਂ ਆਸਟ੍ਰੇਲੀਆ ਦੀ ਵੱਡੀ ਪ੍ਰੋਬਲਮ ਦੀ ਗੱਲ ਕਰਾਂ ਤਾਂ ਉਹ ਹੈ ਫੰਡਿੰਗ ਦੀ ਪ੍ਰੋਬਲਮ। ਹਾਲਾਂਕਿ ਅਸੈਸਮੈਂਟ ਲੈਵਲ 1 ਦੀ ਯੂਨੀਵਰਸਿਟੀਜ਼ ਪਹਿਲਾਂ ਨਹੀਂ ਮੰਗਦੇ ਸੀਗੇ ਫੰਡਸ, ਬਟ ਹੁਣ ਉਹ ਸਿਰਫ ਫੰਡ ਨਹੀਂ ਮੰਗ ਰਹੇ, 3 ਮਹੀਨੇ ਪੁਰਾਣੇ ਵੀ ਮੰਗ ਰਹੇ, ਔਰ 3 ਮਹੀਨੇ ਪੁਰਾਣੇ ਫੰਡਸ ਦੇ ਨਾਲ ਨਾਲ ਦੇ ਨੀਡ ਸੋਰਸ ਐਜ਼ ਵੈਲ। ਸੋਰਸ ਦੀ ਵੀ ਰਿਕੁਆਇਰਮੈਂਟ ਹੋਗੀ, ਜਿਹਦੇ ਚੱਲਦਾ ਹੈ ਕਿ ਬਹੁਤ ਇੰਟੈਲੀਜੈਂਟ ਬੱਚਾ ਹੈ। ਮੇਰੇ ਕੋਲ ਕਈ ਵਾਰ ਐਪਲੀਕੇਸ਼ਨਸ ਆਉਂਦੀਆਂ, ਕੱਲ ਮੋਗੇ ਤੋਂ ਕਿਸੇ ਸਟੂਡੈਂਟ ਦੇ ਬੱਚੇ ਦੇ ਡਾਕੂਮੈਂਟ ਮੇਰੇ ਕੋਲ ਆਏ ਸੀਗੇ, ਉਹਨੇ ਲੈਪਟਾਪ ਤੋਂ ਆਫਰ ਲਿਆ ਹੋਇਆ ਮੋਗੇ ਦੇ ਕਿਸੇ ਏਜੰਟ ਤੋਂ, ਨਾਮ ਮੈਂ ਪੁੱਛਿਆ ਵੀ ਨਹੀਂ ਔਰ ਮੇਰਾ ਕੋਈ ਕੰਸਰਨ ਵੀ ਨਹੀਂ ਉਸ ਚੀਜ਼ ਤੋਂ। ਬਟ ਪ੍ਰੋਬਲਮ ਇਹ ਹੈ ਕਿ ਅੱਜ 3 ਮਹੀਨੇ ਹੋ ਗਏ, ਬੱਚਾ ਕਹਿੰਦਾ ਜੀ ਸਾਡੇ ਕੋਲ GT ਦੇ ਡਾਕੂਮੈਂਟ ਮੰਗੀ ਜਾ ਰਹੇ ਹੈ, ਕੋਈ ਰੋਜ਼ ਨਵੀਂ ਰਿਕੁਆਇਰਮੈਂਟ ਆ ਰਹੀ ਹੈ, ਬਟ GT ਨਹੀਂ ਕਲੀਅਰ ਹੋਈ। ਲਾਸਟ ਵਿੱਚ ਬੱਚਾ ਕਹਿੰਦਾ ਕਿ ਮੈਨੂੰ ਕਿਹਾ ਕਿ 3 ਮਹੀਨੇ ਪੁਰਾਣੇ ਫੰਡ ਜੋ ਕਿ ਆਲਰੇਡੀ ਹੈਗੇ, ਬਟ ਉਹ ਹੁਣ ਸੋਰਸ ਚਾਹੀਦਾ। ਹੁਣ ਤੁਹਾਨੂੰ ਪਤਾ ਕਿ ਸੋਰਸ ਬੇਸਿਕਲੀ, ਅਗਰ ਮੈਂ ਇਨਕਮ ਪ੍ਰੂਫ ਦੀ ਗੱਲ ਕਰਾਂ, ਵੇਅਰ ਇਜ਼ ਕੁਐਸਚਨ ਆਫ ITRs ਆਫ ਦਾ ਪੇਰੈਂਟਸ ਇਨ ਕੰਟਰੀ ਲਾਈਕ ਇੰਡੀਆ, ਉਹ 5 ਤੋਂ 7 ਲੱਖ ਰੁਪਏ ਵੱਧ ਤੋਂ ਵੱਧ ਹੁੰਦਾ। ਸ਼ੋ ਮਨੀ ਜਿਹੜੀ ਹੈ ਉਹ 25-30 ਲੱਖ ਰੁਪਇਆ, ਉਹਦਾ ਜਿਹੜਾ ਬੈਲੈਂਸਿੰਗ ਹੈ ਉਹ ਦਿਖਾਣਾ ਔਖਾ, ਜਿਹਦੇ ਚੱਲਦੇ GT ਰਿਜੈਕਟ ਹੋ ਜਾਂਦੀ ਹੈ। ਬਟ ਵਿਸ਼ਵਾਸ ਇੰਟਰਨੈਸ਼ਨਲ ਤੁਹਾਨੂੰ ਕਮਿਟ ਕਰਦਾ, ਬੇਸ਼ੱਕ ਤੁਹਾਡੇ ਫੰਡਸ ਰੀਸੈਂਟ ਹੈ, ਬੇਸ਼ੱਕ 15 ਦਿਨ ਪੁਰਾਣੇ ਹੈ, ਬੇਸ਼ੱਕ 2 ਮਹੀਨੇ ਪੁਰਾਣੇ, ਬੇਸ਼ੱਕ ਸੋਰਸ ਹੈ, ਬੇਸ਼ੱਕ ਵਿਦਆਊਟ ਸੋਰਸਿਸ ਹੈ, ਹਾਂ ITR ਜ਼ਰੂਰ ਮਿਲਾ ਕੇ ਫੈਮਿਲੀ ਦੀ 8-9-10 ਲੱਖ ਰੁਪਏ ਦੀ ਇਨਕਮ ਹੋਣੀ ਚਾਹੀਦੀ ਹੈ। ਜੇਕਰ ਨਹੀਂ ਹੈ ਤਾਂ ਤੁਸੀਂ ਰੀਸੈਂਟ ITR ਫਾਈਲ ਕਰ ਸਕਦੇ ਹੋ ਜਾਂ ਫਿਰ ਆਪਣੀ ਪੁਰਾਣੀ ITR ਰਿਵਾਈਜ਼ ਕਰਾ ਸਕਦੇ ਹੋ। ਮਤਲਬ ਆਪਣਾ GT ਦਾ ਸਕਸੈਸ ਰੇਟ ਬਹੁਤ ਵਧੀਆ, ਔਰ ਐਜ਼ ਪਰ ਰੂਲਸ ਅਗਰ ਮੈਂ SSVF ਦੀ ਗੱਲ ਕਰਾਂ, ਸਬ ਕਲਾਸ 500 ਦੇ ਅਗੇਂਸਟ, ਅਗਰ ਤੁਹਾਡੀ ਫਾਈਲ ਹਾਈ ਕਮਿਸ਼ਨ ਦੇ ਵਿੱਚ ਜਾਂਦੀ ਹੈ, ਤੁਹਾਡਾ ਕੋਰਸ ਪ੍ਰੋਵਾਈਡਰ ਅਸੈਸਮੈਂਟ ਲੈਵਲ 1 ਦਾ, ਇਟ ਮੀਨਸ ਕਿ ਤੁਹਾਡਾ ਵੀਜ਼ਾ ਲਗਭਗ 100% ਗ੍ਰਾਂਟ ਹੋਏਗਾ। ਔਰ ਅੱਜ ਦੀ ਡੇਟ ਦੇ ਵਿੱਚ ਹਾਂ, ਬਟ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ +2 ਉਹੀ ਬੱਚਾ ਸਾਡੇ ਕੋਲ ਵਿਜ਼ਿਟ ਕਰੇ ਜਿਹੜਾ 2021 ਦੇ ਵਿੱਚ ਪਾਸ ਆਊਟ ਹੈ, 20 ਪਾਸ ਆਊਟ ਨੂੰ ਵਿਸ਼ਵਾਸ ਇੰਟਰਨੈਸ਼ਨਲ ਆਸਟ੍ਰੇਲੀਆ ਲਈ ਬਿਲਕੁਲ ਐਂਟਰਟੇਨ ਨਹੀਂ ਕਰੇਗਾ। ਮਾਰਕੀਟ ਦੇ ਵਿੱਚ ਤੁਹਾਨੂੰ ਆਪਸ਼ਨਸ ਅਵੇਲੇਬਲ ਹੋ ਸਕਦੀਆਂ, ਤੁਸੀਂ ਡਿਪਲੋਮਾ ਲਈ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ, ਬਟ ਵੀ ਜਸਟ ਵਾਂਟ ਟੂ ਅਪਲਾਈ ਫॉर ਵੀਜ਼ਾ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਥਰੂ ਅਪਲਾਈ ਕਰੋਗੇ ਤਾਂ 100% ਵੀਜ਼ਾ ਆਏਗਾ, ਯੈਸ ਰਿਜੈਕਸ਼ਨਸ ਹੋ ਸਕਦੀਆਂ, ਬਟ ਮੇਰੇ ਹਿਸਾਬ ਨਾਲ ਅਗਰ ਆਪਾਂ ਇੱਕ ਸਿਸਟਮ ਨੂੰ ਫੋਲੋ ਕਰਾਂਗੇ, ਯੂਨੀਵਰਸਿਟੀ ਦਾ ਦੇ ਅੰਦਰ ਪ੍ਰੋਫਾਈਲ ਵੀਜ਼ੇ ਵਾਲਾ ਪਾਵਾਂਗੇ, ਯੂਨੀਵਰਸਿਟੀ ਦਾ ਜਿਹੜਾ ਲੈਵਲ ਹੈ ਅਸੈਸਮੈਂਟ 1 ਔਰ 2 ਦਾ, ਜਾਂ ਜਿਹੜੀ ਉਹਦੀ ਰੈਂਕਿੰਗ ਹੈ ਉਹ ਵਧੀਆ ਹੋਏਗੀ,
ਸਕਸੈਸ ਰੇਟ ਵਧੀਆ ਹੋਏਗਾ, ਪ੍ਰੈਜੈਂਟੇਸ਼ਨ ਵਧੀਆ ਹੋਏਗੀ, ਜੀਟੀ ਕਲੀਅਰ ਹੋਏਗੀ ਤਾਂ ਵੀਜ਼ਾ ਵਿਲ ਬੀ 100% ਡਨ। ਜੀ ਆਸਟ੍ਰੇਲੀਆ ਦਾ ਸਟੂਡੈਂਟਸ ਡਾਈਸੀ ਕਿਉਂ ਹੁੰਦੇ ਆਸਟ੍ਰੇਲੀਆ ਨੂੰ ਲੈ ਕੇ, ਲਾਈਕ ਮਾਈਟ ਬੀ ਪ੍ਰੋਸੈਸ ਜ਼ਿਆਦਾ ਲੈਂਥੀ ਪ੍ਰੋਸੈਸ ਨਾਟ ਲੈਂਥੀ, ਪ੍ਰੋਸੈਸ ਕੰਪਲਿਕੇਟਿਡ ਹੈ। ਫਿਰ ਗੱਲ ਉਹੀ ਆ ਜਾਂਦੀ ਹੈ ਕਿ ਤੁਹਾਡਾ ਕੰਸਲਟੈਂਟ ਕਿੰਨਾ ਤਜਰਬੇਕਾਰ ਹੈ, ਕਿੰਨਾ ਐਕਸਪੀਰੀਅੰਸਡ ਹੈ, ਉਹਦੇ ਯੂਨੀਵਰਸਿਟੀ ਦੇ ਨਾਲ ਰਿਲੇਸ਼ਨ ਕਿੱਦਾਂ ਦੇ ਹੈ, ਹੋਲਡ ਕਿੱਦਾਂ ਦਾ। ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਇੱਕ ਪਾਸੇ ਇੱਕ ਸਟੂਡੈਂਟ ਨੂੰ 2 ਮਹੀਨੇ ਹੋ ਗਏ ਆਫਰ ਲੈਟਰ ਆਏ ਨੂੰ, ਹੱਲੇ ਤੱਕ ਉਹ ਜੀਟੀ ਦੇ ਕਲੀਅਰੈਂਸ ਦੇ ਲਈ ਫਾਈਟ ਕਰ ਰਿਹਾ ਜੀ, ਔਰ ਦੂਸਰੀ ਸਾਈਡ ਮੈਂ ਤੁਹਾਨੂੰ ਖੁੱਲੇ ਮੰਚ ਤੇ ਚੀਜ਼ ਓਪਨਲੀ ਚੈਲੰਜ ਕਰ ਰਿਹਾ ਕਿ ਅਗਰ ਤੁਸੀਂ ਰੀਸੈਂਟ ਫੰਡਸ ਦੇ ਨਾਲ ਵੀ ਬਟ ਅਪਲਾਈ ਕਰਨਾ ਆਸਟ੍ਰੇਲੀਆ ਤੇ ਅਸੀਂ ਤੁਹਾਡੀ ਜੀਟੀ ਕਲੀਅਰੈਂਸ ਦੀ ਗਾਰੰਟੀ ਲੈਣੇ ਆ, ਬਸ਼ਰਤੇ ਕਿ ਐਕੈਡਮਿਕ ਪ੍ਰੋਫਾਈਲ ਆ that must be good। yes अच्छा PT and IELTS 5.5 in one module चलेगा ਆਸਟ੍ਰੇਲੀਆ ਦੇ ਬਿਲਕੁਲ ਵਾਸਤੇ? ਇੱਕ 12th ਕਲਾਸ ਦੇ ਅੰਦਰ ਬਿਲਕੁਲ ਚੱਲੇਗਾ। ਔਰ ਅਗਰ ਤੁਸੀਂ ਗ੍ਰੈਜੂਏਟ ਹੋ ਤੇ ਕੋਈ ਇੱਕ ਅੱਧੀ ਯੂਨੀਵਰਸਿਟੀ ਰੀਜਨਲ ਏਰੀਆ ਦੇ ਵਿੱਚ ਜਾਂ ਫਿਰ ਕੋਈ ਕਾਲਜ ਜਿਹੜਾ ਪੀਜੀ ਜਾਂ ਮਾਸਟਰਸ ਲਈ ਐਕਸੈਪਟ ਕਰਦਾ, ਬਟ ਜਿਹੜੇ ਆਪਸ਼ਨਸ ਹੋਣਗੀਆਂ ਉਹ ਘੱਟ ਹੋਣਗੀਆਂ। ਸੋ ਫਿਲਹਾਲ ਜੀ ਐਮਬੈਸੀ ਦੇ ਵੱਲੋਂ ਜਿੱਦਾਂ ਕਾਫੀ ਸਾਡੇ ਸਟੂਡੈਂਟਸ ਨੂੰ ਰਾਇਤਾਂ ਦਿੱਤੀਆਂ ਗਈਆਂ ਜੀ, ਓਪਰਚੁਨਿਟੀਜ਼ ਜਿਹੜੀਆਂ ਹੈਗੀਆਂ ਨੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੈਗੀਆਂ ਨੇ, ਸੋ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਹੈ। ਸੋ ਫਿਲਹਾਲ ਜੀ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਸਾਡੇ ਅੱਜ ਦੇ ਜਿਹੜੇ ਸਟੱਡੀ ਵੀਜ਼ਾ ਐਕਸਪਰਟ ਨੇ, ਤੁਸੀਂ ਆਪਣੇ ਪ੍ਰੋਫਾਈਲ ਜ਼ਰੂਰ ਡਿਸਕਸ ਕਰੋ। ਆਸਟ੍ਰੇਲੀਆ ਵਾਂਸ ਰਿਜੈਕਟਡ ਮੀਨਸ ਫਿਰ ਕੋਈ ਦੁਬਾਰਾ ਚਾਂਸ ਨਹੀਂ, ਕੋਈ ਚਾਂਸ ਨਹੀਂ। ਬਟ ਇਨ ਕੇਸ ਅਗਰ ਤੁਹਾਡਾ ਪ੍ਰੋਫਾਈਲ ਦੇ ਵਿੱਚ ਕੁਝ ਚੇਂਜਸ ਹੈ, ਫੋਰ ਐਗਜ਼ਾਮਪਲ ਅਗਰ ਤੁਸੀਂ you got rejected once and now you improved your IELTS score, ਕਿਉਂਕਿ ਦੇਖੋ ਜਾਂ ਫਿਰ ਤੁਹਾਡਾ 12ਵੀਂ ਦੇ ਬੇਸ ਤੇ ਰਿਜੈਕਟ ਹੋਇਆ, ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਲਗਾ ਰਹੇ ਹੋ, ਠੀਕ ਹੈ, then accepted ਹੈ। ਅੱਛਾ ਫਿਰ ਐਕਸੈਪਟ ਹੋ ਜਾਂਦਾ, ਹਾਂ ਐਕਸੈਪਟ ਹੋ ਜਾਂਦਾ। ਬਟ ਜੇਕਰ ਤੁਹਾਡਾ ਪ੍ਰੋਫਾਈਲ ਆਸਟ੍ਰੇਲੀਆ ਤੋਂ ਰਿਫਿਊਜ਼ ਹੈ, ਕੋਈ ਚੇਂਜਸ ਨਹੀਂ ਹੈਗੇ, ਤੁਸੀਂ IELTS ਜਾਂ PT ਰਿਪੀਟ ਕਰਕੇ ਕੋਈ ਯੂਨੀਵਰਸਿਟੀ ਅਗਰ ਤੁਹਾਨੂੰ ਆਫਰ ਲੈਟਰ ਨਹੀਂ ਦੇ ਰਹੀ ਤਾਂ ਤੁਸੀਂ ਫਿਰ ਡਿਪਲੋਮਾ ਦੇ ਅੰਦਰ ਜਾਂ ਵੋਕੇਸ਼ਨਲ ਪ੍ਰੋਗਰਾਮ ਦੇ ਅੰਦਰ ਯੂ ਕੈਨ ਟੇਕ ਅ ਚਾਂਸ। ਕੋਈ ਹੋਰ ਆਲਟਰਨੇਟ ਆਪਸ਼ਨ ਹੈ ਵੀ ਨਹੀਂ ਜੀ। ਡਿਪਲੋਮਾ ਦੇ ਵਿੱਚ ਕਿੰਨੇ ਕੇ ਚਾਂਸਸ ਹੁਣ ਆਸਟ੍ਰੇਲੀਆ? 50-50 ਅੱਛਾ ਜਿਹੜੇ ਡਿਪਲੋਮਾ ਦੇ ਵਿੱਚ ਜਾਣਗੇ, ਬਟ ਅਗਰ ਡਿਗਰੀ ਪ੍ਰੋਗਰਾਮ ਹੈ then ਕੋਈ ਪ੍ਰੋਬਲਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ। ਬਟ ਸਟਿਲ ਐਜ਼ ਆਈ ਟੋਲਡ ਯੂ ਅਰਲੀਅਰ ਕਿ ਵੀ ਕੈਨ ਨਾਟ ਗਿਵ ਯੂ 100% ਅਸ਼ੋਰਿਟੀ ਆਫ ਵੀਜ਼ਾ ਅੰਟਿਲ ਅਨਲੈਸ ਜਦ ਤੱਕ ਵੀਜ਼ਾ ਹੱਥ 'ਚ ਲੱਗ ਕੇ ਨਹੀਂ ਆ ਜਾਂਦਾ, ਵੀ ਕੈਨ ਨਾਟ ਯੂਜ਼ ਦਾ ਗਾਰੰਟੀ ਵਰਡ ਫॉर ਦ ਵੀਜ਼ਾ। ਅੱਛਾ ਹੁਣ ਆਸਟ੍ਰੇਲੀਆ ਦਾ ਲਾਈਕ ਕੀ ਰੂਲਸ ਕੀ ਹੈਗੇ ਨੇ ਜਿਹੜੇ ਸਟੂਡੈਂਟ ਜਾਂਦੇ ਹੈਗੇ ਨੇ ਪੜ੍ਹਾਈ ਦੇ ਤੌਰ ਤੇ ਆਫਟਰ ਸਟੱਡੀ? ਕੀ ਉਹਨਾਂ ਦਾ ਸਟੱਡੀਜ਼ PSW ਹੈ, ਜਿਹੜੇ ਰੀਜਨਲ ਏਰੀਆ ਦੇ ਵਿੱਚ ਹੈ ਉੱਥੇ ਅਪ ਟੂ 3 ਇਅਰਸ ਵੀ PSW ਮਿਲਦਾ ਪਿਆ। ਔਰ ਅਗਰ PR ਦੀ ਗੱਲ ਕਰਾਂ ਤੇ ਠੀਕ ਹੈ, ਥੋੜਾ ਜਿਹਾ ਟਫ ਹੈ, ਬਟ ਅਗਰ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਦੇ ਹੋ, ਰੀਜਨਲ ਏਰੀਆ ਦੇ ਅੰਦਰ ਵਰਕ ਕਰਦੇ ਹੋ, ਆਪਣੇ ਵਰਕ ਐਕਸਪੀਰੀਅੰਸ ਨੂੰ ਤੁਸੀਂ ਪ੍ਰੋਪਰ ਮੇਨਟੇਨ ਰੱਖਦੇ ਹੋ ਔਰ IELTS ਰਿਪੀਟ ਕਰਦੇ ਹੋ ਤਾਂ ਯੈਸ ਯੂ ਕੈਨ ਗੈਟ PR ਓਵਰ देयर। ਸਟਰਗਲ ਹੈ ਹਰ ਪਾਸੇ ਹੈ, ਕੈਨੇਡਾ ਨੂੰ ਵੀ ਅੱਜ ਅਗਰ ਮੈਂ ਗੱਲ ਕਰਾਂ ਤਾਂ ਘੱਟੋ ਘੱਟ 6-7 ਸਾਲ ਦਾ ਸਮਾਂ ਲੱਗ ਜਾਂਦਾ PR ਲੈਣ ਲਈ। ਜੀ ਸਟੂਡੈਂਟ ਜਿਹੜੇ ਜਾ ਰਹੇ ਨੇ ਉਹ ਕੰਟੀਨਿਊ ਰੱਖਦੇ ਨੇ ਆਪਣੀ ਪੜ੍ਹਾਈ ਜਾਂ ਕਿਉਂਕਿ ਪਹਿਲਾਂ ਤਾਂ ਕਾਫੀ ਅਸੀਂ ਸੁਣਦੇ ਸੀ ਕਾਲਜ ਹੀ ਚੇਂਜ ਕਰ ਲੈਂਦੇ ਸੀ? ਜਾਂ ਉਹਦੇ ਵਿੱਚ ਬੇਸਿਕਲੀ ਆਸਟ੍ਰੇਲੀਆ ਦੇ ਵਿੱਚ ਇੱਕ ਵੱਡਾ ਪ੍ਰੋਬਲਮ ਕੀ ਹੈ ਜੀ, ਬੱਚਾ ਜਿਸ ਤਰ੍ਹਾਂ ਕਿ ਹੁਣੇ ਆਪਾਂ ਡਿਸਕਸ ਕਰਕੇ ਹਟੇ, ਦਿੱਕਤ ਕਿੱਥੇ ਹੈ? ਦਿੱਕਤ ਇੱਥੇ ਹੈ ਕਿ ਯੂਨੀਵਰਸਿਟੀ ਲੈਵਲ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਆ ਉਹ ਲਗਭਗ 100% ਹੈ, ਠੀਕ ਹੈ। ਸਟਿਲ 90% ਤਾਂ ਮੈਂ ਕਹਿ ਹੀ ਸਕਦਾ। ਔਰ ਕਿਉਂਕਿ ਯੂਨੀਵਰਸਿਟੀ ਨੇ GT ਕਲੀਅਰੈਂਸ ਦੇ ਵਿੱਚ ਇੰਨੀ ਸਕਰੂਟਨਾਈਜ਼ ਕਰਦੇ ਨਹੀਂ ਐਪਲੀਕੇਸ਼ਨ ਦੇ ਉੱਪਰ ਕਿ ਅਗਰ ਵੀਜ਼ਾ ਵਾਲਾ ਪ੍ਰੋਫਾਈਲ ਹੋਏਗਾ ਤਾਂ ਹੀ COE ਆਏਗੀ, ਤਾਂ ਹੀ ਹਾਈ ਕਮਿਸ਼ਨ ਤੱਕ ਜਿਹੜਾ ਕੇਸ ਪਹੁੰਚੇਗਾ। ਬਟ ਅਗਰ ਜੇਕਰ ਕਾਲਜ ਦੀ ਗੱਲ ਕਰੀਏ ਤਾਂ ਕਾਲਜ ਦਾ ਸਕਸੈਸ ਰੇਟ ਮੈਂ ਜਿਸ ਤਰ੍ਹਾਂ ਹੁਣੇ ਦੱਸਿਆ ਕਿ 50% ਹੈ ਡਿਪਲੋਮਸ ਦੇ ਅੰਦਰ। ਹੁਣ ਹੁੰਦਾ ਕੀ ਪਿਆ ਕਿ ਬੱਚਾ ਇੱਥੋਂ ਦੀ ਚਲਾ ਜਾਂਦਾ ਯੂਨੀਵਰਸਿਟੀ ਐਡਮਿਸ਼ਨ ਲੈ ਕੇ, ਐਜ਼ ਪਰ ਰੂਲਸ ਆਫ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ 6 ਮਹੀਨੇ ਦੀ ਫੀਸ ਭਰ ਕੇ ਤੁਸੀਂ ਜਾਂਦੇ ਹੋ ਔਰ 6 ਮਹੀਨੇ ਬਾਅਦ ਯੂ ਕੈਨ ਚੇਂਜ ਯੂਰ ਕੋਰਸ ਪ੍ਰੋਵਾਈਡਰ। ਖਾਸ ਕਰਕੇ ਆਪਣੇ ਇਲਾਕੇ ਦਾ ਬੱਚਾ ਪੰਜਾਬੀ ਸਟੂਡੈਂਟ ਜਿਹੜਾ 60% ਤੋਂ ਜ਼ਿਆਦਾ ਸਟੂਡੈਂਟ ਜਿਹੜਾ ਜਾਂ 80-90% ਵੀ ਕਹਾਂ ਤਾਂ ਮੈਂ ਕੋਈ ਗਲਤ ਨਹੀਂ ਆંકੜੇ ਮੈਂ ਕਹਿ ਰਿਹਾ ਹੋਗਾ, ਔਰ ਸਪੈਸ਼ਲੀ UG ਪ੍ਰੋਗਰਾਮ ਲਈ ਉਹ ਆਪਣਾ ਕੋਰਸ ਪ੍ਰੋਵਾਈਡਰ ਚੇਂਜ ਕਰ ਲੈਂਦਾ ਕਿਉਂਕਿ ਉਹ ਦੇਖਦਾ ਕੈਲਕੂਲੇਸ਼ਨਸ, ਕਿੱਥੇ $19,000 ਫੀਸ ਹੈ ਸਾਲ ਆਪਣਾ 6 ਮੰਥ ਦੀ ਔਰ ਕਿੱਥੇ $5-7,000 ਫੀਸ ਹੈ, ਉਹਨੂੰ ਮਤਲਬ ਮੋਰ ਦੈਨ 60% ਦਾ ਜਿਹੜਾ ਬੈਨੀਫਿਟ ਨਜ਼ਰ ਆਉਂਦਾ। ਬਟ ਬੇਸਿਕਲੀ ਉੱਥੇ ਕੀ ਹੈ ਕਿ ਫਿਰ ਉਹ ਵਨਸ ਹੀ ਵਿਲ ਅਪਲਾਈ ਫॉर PR ਤਾਂ ਉੱਥੇ ਉਹਦੇ ਪੁਆਇੰਟਸ ਜਿਹੜੇ ਉਹ ਨਹੀਂ ਬਣ ਪਾਉਂਦੇ ਕਿਉਂਕਿ ਹਾਈ ਕਮਿਸ਼ਨ ਨੂੰ ਜਾਂ ਇਮੀਗ੍ਰੇਸ਼ਨ ਨੂੰ ਇਹ ਚੀਜ਼ ਨਜ਼ਰ ਆਉਂਦੀ ਪਈ ਹੈ ਕਿ ਤੁਹਾਡਾ ਟਾਰਗੇਟ ਸਿਰਫ ਐਂਟਰ ਕਰਨਾ ਸੀਗਾ, 6 ਮਹੀਨੇ ਤੁਸੀਂ ਵੇਸਟ ਕਰਨ ਤੋਂ ਬਾਅਦ, ਕਿਉਂਕਿ ਮਤਲਬ ਸਟੂਡੈਂਟ ਨਹੀਂ ਉਹ ਕੈਲਕੂਲੇਟਡ ਬੰਦਾ, ਠੀਕ ਹੈ ਨਾ, ਉਹ ਚੀਜ਼ ਹੈ। ਬਾਕੀ ਚੇਂਜ ਕਰਦੇ ਆ ਲੋਕ, ਕਰ ਸਕਦੇ ਆ ਐਸ ਪਰ ਰੂਲਸ, देयर इज नो प्रॉब्लम ਐਟ ਆਲ। ਸੋ ਆਸਟ੍ਰੇਲੀਆ ਦੇ ਵਿੱਚ
ਕਿਉਂਕਿ ਆਸਟ੍ਰੇਲੀਆ ਇਦਾਂ ਦੀ ਕੰਟਰੀ ਜਿਹੜੀ ਬੜੇ ਦੇਖ ਕੇ ਸਟੂਡੈਂਟਸ ਨੂੰ ਆਪਣੇ ਦੀ ਸਿਲੈਕਸ਼ਨ ਕਰਦੀ ਹੈ ਵੀ ਸਾਨੂੰ ਇਹੀ ਸਟੂਡੈਂਟ ਚਾਹੀਦਾ ਜਿਹੜਾ ਕਿ ਵਾਕਿਆ ਵਿੱਚ ਜੈਨੂਇਨ ਹੋਵੇ, ਰਾਈਟ? ਮਾਈਟ ਵੀ ਇਸੇ ਕਰਕੇ ਕਿ ਉਹਨਾਂ ਦੀ ਡਾਕੂਮੈਂਟੇਸ਼ਨ ਦੀ ਜਿਹੜੀ ਵੀ ਲਿਸਟ ਹੈ ਜਾਂ ਚੈੱਕ ਲਿਸਟ ਹੈ ਉਹ ਬੜੀ ਉਹਨਾਂ ਨੇ ਧਿਆਨ ਨਾਲ ਚੈੱਕ ਕਰਨੀ ਹੈ ਵੀ ਕੁਝ ਵੀ ਫਰਾਡ ਸਾਨੂੰ ਨਹੀਂ ਚਾਹੀਦਾ। ਐਸ ਵੈਲ ਸਕਿੱਲ ਆਕੂਪੇਸ਼ਨ ਲਿਸਟ ਉਹਨਾਂ ਦੀ ਜੋ ਹੈਗੇ ਆਕੂਪੇਸ਼ਨਸ ਉਹਦੇ ਵਿੱਚ ਹੀ ਐਡਮਿਸ਼ਨ ਲੈਣੀ ਹੈ ਜਾਂ ਕੋਈ ਵੀ ਅਸੀਂ ਪ੍ਰੋਗਰਾਮ ਲਈਏ ਤਾਂ ਸਾਨੂੰ ਹੈਗੀਆਂ ਨੇ ਓਪਰਚੁਨਿਟੀ? ਆਸਟ੍ਰੇਲੀਆ ਦੇ ਵਿੱਚ ਬਿਲਕੁਲ ਸੇਮ ਕੈਨੇਡਾ ਦੀ ਤਰ੍ਹਾਂ ਇਹ ਚੀਜ਼ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਕੋਰਸ ਦੀ ਚੋਇਸ ਹੈ that must be relevant to your previous studies, ਕਿਉਂਕਿ ਉਸ ਤੋਂ ਬਾਅਦ ਤੁਸੀਂ ਜਾ ਕੇ ਅਗਰ ਆਪਣਾ ਪ੍ਰੋਗਰਾਮ ਚੇਂਜ ਕਰਦੇ ਹੋ being a local student, being a onshore student, nobody will going to ask you ਕਿ ਕਿਸ ਪ੍ਰੋਗਰਾਮ 'ਚ ਤੁਸੀਂ ਐਡਮਿਸ਼ਨ ਲਿੱਤਾ। ਬਟ ਅਗਰ ਤੁਸੀਂ ਇੱਥੋਂ ਦੀ ਪਲੰਬਿੰਗ ਦਾ ਪ੍ਰੋਗਰਾਮ ਅਪਲਾਈ ਕਰੋਗੇ, ਕਾਰਪੈਂਟਰ ਦਾ ਪ੍ਰੋਗਰਾਮ ਅਪਲਾਈ ਕਰੋਗੇ, ਬੈਕਗ੍ਰਾਉਂਡ ਤੁਹਾਡਾ ਕੁਝ ਹੋਰ ਹੈ ਤਾਂ ਮਤਲਬ ਇਟਸ ਕੁਆਇਟ ਡਿਫਿਕਲਟ ਟੂ ਗੈਟ ਵੀਜ਼ਾ, ਫਿਰ ਨਹੀਂ ਮਿਲੇਗਾ, ਰਾਈਟ? ਜੀ। ਸੋ ਫਿਲਹਾਲ ਜੀ ਆਸਟ੍ਰੇਲੀਆ, ਹੁਣ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਸੇਮ ਨੰਬਰ ਦੇ ਉੱਤੇ ਕਾਲ ਕਰਨੀ ਹੈ, ਤੇ ਜਿਨ੍ਹਾਂ ਨੇ ਯੂਰਪ ਐਂਡ ਯੂਕੇ ਨੂੰ ਲੈ ਕੇ ਕੋਈ ਸਵਾਲ ਕਰਨਾ ਹੈ ਤਾਂ ਤੁਸੀਂ ਜੀ ਕੱਲ ਦਾ ਦਿਨ ਯਾਨੀ ਕਿ ਸੈਮੀਨਾਰ ਹੈਗਾ ਉਹਨੂੰ ਜ਼ਰੂਰ ਅਟੈਂਡ ਕਰ ਸਕਦੇ ਹੋ ਨਵਾਂ ਸ਼ਹਿਰ ਦੇ ਵਿੱਚ ਵਿਸ਼ਵਾਸ ਇੰਟਰਨੈਸ਼ਨਲ ਦੇ ਆਫਿਸ ਦੇ ਵਿੱਚ। ਸੋ ਮੁਕੇਸ਼ ਸਰ, ਆਮ ਸ਼ੋਰ ਕਿ ਤੁਸੀਂ ਵੀ ਅਵੇਲੇਬਲ ਰਹੋਗੇ ਜੀ ਅਗਰ ਮਿਲਣਾ ਹੋਏਗਾ ਦਰਸ਼ਕਾਂ ਨੇ, ਸਟੂਡੈਂਟਸ ਦੇ ਰਿਪਰੈਜ਼ੈਂਟੇਟਿਵਸ ਹੋਣਗੇ, ਸਾਡੀ ਟੀਮ ਹੋਏਗੀ, ਮੈਂ ਵੀ ਉੱਥੇ ਅਵੇਲੇਬਲ ਹੋਵਾਂਗਾ। ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੁਐਸਚਨ, ਸਵਾਲ, ਕੁਐਰੀ ਹੋਏ, ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਦੀ ਔਰ ਤੁਹਾਡੇ ਹਰ ਪ੍ਰੋਬਲਮ ਦਾ ਸੋਲੂਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏ ਜੀ। ਸੋ ਉੱਥੇ ਹੀ ਹੁਣ USA ਸਟੱਡੀ ਵੀਜ਼ਾ ਦੀ ਗੱਲ ਕਰ ਲੈਣੇ। ਹੁਣ ਵੀਜ਼ਾਸ ਆਣੇ ਫੇਰ ਸ਼ੁਰੂ ਹੋ ਚੁੱਕੇ ਨੇ, ਅਪਾਇੰਟਮੈਂਟਸ ਮਿਲ ਰਹੀਆਂ ਨੇ USA ਨੂੰ ਲੈ ਕੇ। ਨਾਰਮਲੀ ਖੁੱਲ ਗਈਆਂ ਹੈਗੀਆਂ ਪਿਛਲੇ ਸਮਝੋ ਕਿ 4-5 ਦਿਨਾਂ ਚ 2-3 ਵਾਰ ਅਪਾਇੰਟਮੈਂਟਸ ਖੁੱਲੀ ਹੈ। ਜੂਨ ਮੰਥ ਬੁੱਕ ਹੈ। ਹੁਣ ਤੁਹਾਡਾ ਜਿਹੜਾ ਹੈ ਨੈਕਸਟ ਮੰਥ ਦੇ ਜਾਂ ਇਸ ਮੰਥ ਦੇ ਐਂਡ 'ਚ ਫਿਰ ਫਰਦਰ ਅਪਾਇੰਟਮੈਂਟਸ ਤੁਹਾਡੀ ਓਪਨ ਹੋਣੀਆਂ। ਔਰ UK ਦਾ ਸਕਸੈਸ ਰੇਟ ਜਿਹੜਾ ਨਾ ਸਿਰਫ ਸਕਸੈਸ ਰੇਟ ਬਹੁਤ ਅੱਛਾ ਹੈ, ਅਗੇਨ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ US ਦਾ ਕਿ ਤੁਹਾਡੀ ਜਿਹੜੀ ਯੂਨੀਵਰਸਿਟੀ ਦੀ ਚੋਇਸ, ਤੁਹਾਡੇ ਕੰਸਲਟੈਂਟ ਦੀ ਚੋਇਸ ਅਗੇਨ ਇੱਥੇ ਮੈਟਰ ਕਰਦੀ। ਠੀਕ ਹੈ। ਸੋ USA ਦੇ ਵਾਸਤੇ ਵਿਦਆਊਟ ਆਇਲਸ ਵੀ ਸਟੂਡੈਂਟਸ ਕਰ ਰਹੇ ਨੇ ਅਪਲਾਈ, ਕੋਈ ਗੈਪ ਬਿਲਕੁਲ ਕਰ ਰਹੇ ਨੇ, ਬਟ ਆਪਾਂ ਵਿਦਆਊਟ ਆਇਲਸ USA ਦੇ ਲਈ ਬਿਲਕੁਲ ਵੀ ਪ੍ਰੈਫਰ ਨਹੀਂ ਕਰਦੇ, ਨਾ ਹੀ ਵਿਦਆਊਟ ਆਇਲਸ ਸਟੂਡੈਂਟ ਸਾਨੂੰ ਅਪਰੋਚ ਕਰੇ। ਬਟ ਤੁਹਾਨੂੰ ਹੋਰ ਕੰਪਨੀਆਂ ਮਿਲ ਜਾਣਗੀਆਂ ਕਿਉਂਕਿ ਬੇਸਿਕਲੀ ਸਾਡਾ ਟਾਰਗੇਟ, ਮੈਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਡਾ ਟਾਰਗੇਟ ਫਾਈਲ ਨੂੰ ਐਮਬੈਸੀ ਤੱਕ ਪਹੁੰਚਾਉਣਾ ਨਹੀਂ ਹੈ, ਸਟੂਡੈਂਟ ਨੂੰ ਉਹਦੇ ਡੈਸਟੀਨੇਸ਼ਨ ਤੱਕ ਪਹੁੰਚਾਉਣਾ। ਓਕੇ, ਐਮਬੈਸੀ ਦੇਖ ਰਹੀ ਹੈ ਫਾਈਲ ਸਟੂਡੈਂਟ ਦੀ ਵੀ ਕਿ ਹਾਂਜੀ ਉਹਨੇ ਕੀ ਮੈਂਸ਼ਨ ਕੀਤਾ ਹੈ, ਕੀ ਡਾਕੂਮੈਂਟਸ ਲੱਗੇ ਨੇ? No, ਹਾਈ ਕਮਿਸ਼ਨ ਜਿਹੜਾ US ਹਾਈ ਕਮਿਸ਼ਨ ਦੇ ਵਿਲ ਨੈਵਰ ਆਸਕ ਫॉर ਇਵਨ ਅ ਸਿੰਗਲ ਡਾਕੂਮੈਂਟ। ਬਟ ਹੁੰਦਾ ਕੀ ਹੈ ਕਿ ਅਗਰ ਤੁਸੀਂ ਵਿਦਆਊਟ ਆਇਲਸ ਅਪਲਾਈ ਕਰੋਗੇ ਤਾਂ ਤੁਹਾਨੂੰ ਜਿਹੜੀ ਯੂਨੀਵਰਸਿਟੀ ਔਰ ਕਾਲਜ ਦੀ ਰੈਂਕਿੰਗ ਵੀ ਉਦਾਂ ਦੀ ਮਿਲੇਗੀ। ਔਰ I-20 ਦਾ ਜਿਹੜਾ ਰਿਕਾਰਡ ਹੁੰਦਾ ਉਹ ਸਰਵਿਸ ਫੀਸ ਦੇ ਨਾਲ ਅਪਲੋਡ ਹੁੰਦਾ, ਜੋ ਕਿ ਜਿਸ ਟਾਈਮ ਤੁਸੀਂ ਆਪਣੀ ਇੰਟਰਵਿਊ ਦੇ ਲਈ ਵੀਜ਼ਾ ਆਫਿਸਰ ਦੇ ਸਾਹਮਣੇ ਖੜੇ ਹੋ ਉਹਦੇ ਰਿਕਾਰਡ ਦੇ ਵਿੱਚ ਤੁਹਾਡੀ I-20 ਰਿਫਲੈਕਟ ਹੋ ਰਹੀ ਹੈ। ਤਾਂ I-20 ਦਾ ਮਤਲਬ ਇਹੀ ਹੈ ਕਿ ਜਿਸ ਤਰ੍ਹਾਂ ਕਿ ਮੈਂ ਹੁਣੇ ਇਸ ਗੱਲ ਨੂੰ ਕਨੈਕਟਡ ਕਰਨ ਚਾਹ ਰਿਹਾ ਆਪਣੇ ਪੁਰਾਣੇ ਜਵਾਬ ਦੇ ਨਾਲ ਕਿ ਮੈਂ ਹੁਣੇ ਤੁਹਾਨੂੰ 2 ਮਿੰਟ ਪਹਿਲੇ ਕਹਿ ਕੇ ਹਟਿਆ ਕਿ ਚੋਇਸ ਆਫ ਯੂਨੀਵਰਸਿਟੀ ਆਲਵੇਜ਼ ਮੈਟਰ। ਠੀਕ ਹੈ, ਹੁਣ ਜੇਕਰ ਤੁਸੀਂ ਵਧੀਆ ਰੈਂਕ ਦੀ ਯੂਨੀਵਰਸਿਟੀ ਚੂਜ਼ ਕਰਨਾ ਚਾਹੁੰਦੇ ਹੋ ਔਰ ਤੁਸੀਂ ਕਹੋ ਕਿ ਵਿਦਆਊਟ ਆਲਸੋ ਯੂਨੀਵਰਸਿਟੀ ਐਡਮਿਸ਼ਨ ਦੇ ਦੇਗੀ, ਇਨ ਦੈਟ ਕੇਸ देयर इज नो डिफरेंस बिटवीन बोथ यूनिवर्सिटीज। ਮਤਲਬ ਯੂਨੀਵਰਸਿਟੀ ਦਾ ਜਿਹੜਾ ਚੋਇਸ ਹੈ, ਕੋਰਸ ਦਾ ਜਿਹੜਾ ਚੋਇਸ ਹੈ, ਏਰੀਆ ਦਾ ਜਿਹੜਾ ਚੋਇਸ ਹੈ ਉਹ ਮੈਟਰ ਕਰਦਾ ਹੈ। ਤੁਹਾਡੇ ਕੰਸਲਟੈਂਟ ਦਾ ਚੋਇਸ ਮੈਟਰ ਕਰਦਾ, ਤੁਹਾਡੀ ਬਾਡੀ ਲੈਂਗੁਏਜ ਮੈਟਰ ਕਰਦੀ ਹੈ, ਤੁਹਾਡਾ ਪ੍ਰੈਜ਼ੈਂਸ ਆਫ ਮਾਈਂਡ ਮੈਟਰ ਕਰਦਾ, ਤੁਹਾਡਾ IQ ਲੈਵਲ ਮੈਟਰ ਕਰਦਾ। ਅਮਰੀਕਾ ਦਾ ਵੀਜ਼ਾ ਜਿਹੜਾ ਬੜਾ ਡਿਫਰੈਂਟ ਕਾਈਂਡ ਆਫ ਵੀਜ਼ਾ, ਔਰ ਜਿਸ ਕੰਸਲਟੈਂਟ ਨੂੰ ਪਤਾ ਹੈ ਕਿ US ਦਾ ਵੀਜ਼ਾ ਕਿਸ ਤਰ੍ਹਾਂ ਲੈਣਾ, ਉਹਦੇ ਲਈ ਮੈਂ ਕਹਿੰਦਾ ਕਿ ਮੈਂ ਆਪਣੀ ਅਗਰ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ US ਵਰਗਾ ਸੌਖਾ ਕੋਈ ਕੰਟਰੀ ਨਹੀਂ ਜਿੱਥੋਂ ਦੀ ਵੀਜ਼ਾ ਨਾ ਸਿਰਫ ਔਨ ਸਪੋਟ ਮਿਲਦਾ, ਬਲਕਿ ਥੋੜਾ ਜਿਹਾ ਸਮਾਰਟ ਵਰਕ, ਥੋੜੇ ਜਿਹੇ ਪਲੈਨਿੰਗ ਦੇ ਨਾਲ, ਥੋੜੇ ਜਿਹੇ ਢੰਗ ਦੇ ਨਾਲ ਅਗਰ ਪ੍ਰੋਸੈਸ ਕੀਤਾ ਜਾਏ ਫਰਮ ਦਾ ਡੇ 1 ਤਾਂ ਯੈਸ ਆਈ ਕੈਨ ਅਸ਼ੋਰ ਯੂ ਕਿ ਯੂ ਵਿਲ ਗੈਟ ਯੋਰ ਵੀਜ਼ਾ ਜੀ। ਸੋ USA ਸਟੱਡੀ ਵੀਜ਼ਾ ਮਿਲਦਾ ਹੈ ਜੀ, ਸਿਰਫ ਅਪਲਾਈ ਕਰਨ ਦੀ ਦੇਰੀ ਹੁੰਦੀ ਹੈ, ਸਮਝਣ ਦੀ ਵੀ ਦੇਰੀ ਹੁੰਦੀ ਹੈ ਕਿਉਂਕਿ ਆਲਮੋਸਟ ਜਿਹੜਾ ਬਜਟ ਹੈ ਹਰ ਕੰਟਰੀ ਦਾ ਸੇਮ ਹੀ ਹੈ। ਫਿਰ ਚਾਹੇ ਆਸਟ੍ਰੇਲੀਆ ਪੜ੍ਹਨ ਜਾ ਰਿਹਾ ਸਟੂਡੈਂਟ, ਚਾਹੇ USA ਚਲੇ ਜਾਏ, ਚਾਹੇ ਕੈਨੇਡਾ, USA ਦਾ ਸਟਿਲ ਥੋੜਾ ਘੱਟ ਹੀ ਹੈ ਜੀ ਬਜਟ। ਅੱਛਾ, ਇੱਥੇ ਘੱਟ ਜਾਏਗਾ ਤੇ ਫੀਸ ਵੀ ਜਿਹੜੀ ਉਹ ਬਾਅਦ ਵਿੱਚ ਹੀ ਪੇ ਕਰਨੀ ਹੈ ਜਦੋਂ ਵੀਜ਼ਾ ਆ ਜਾਏਗਾ। ਸੋ ਇਹਦੇ ਵਿੱਚ ਕੋਈ ਯਾਨੀ ਕਿ ਘਬਰਾਉਣ ਵਾਲੀ ਜਾਂ ਸਟੂਡੈਂਟਸ ਨੂੰ ਡਰਨ ਦੀ ਤਾਂ ਲੋੜ ਨਹੀਂ ਹੈ ਨਾ ਬਜਟ ਨੂੰ ਲੈ ਕੇ ਵੀ। ਤਕਰੀਬਨ 60-65 ਹਜ਼ਾਰ ਰੁਪਏ ਦੇ ਵਿੱਚ ਤੁਹਾਡਾ ਵੀਜ਼ਾ ਅਪਲਾਈ ਹੋ ਜਾਂਦਾ। ਗ੍ਰੇਟ। ਸੋ ਫਿਲਹਾਲ ਜੀ ਬਾਕੀ ਦੀ ਇਨਫੋਰਮੇਸ਼ਨ ਹੁਣ ਤੁਹਾਨੂੰ ਮਿਲੇਗੀ ਜੀ
ਵਿਸ਼ਵਾਸ ਇੰਟਰਨੈਸ਼ਨਲ ਦੇ ਵੈਲ ਟ੍ਰੇਨ ਸਟਾਫ ਦੇ ਵੱਲੋਂ। ਸੋ ਤੁਸੀਂ ਆਪਣੇ ਸਵਾਲਾਂ ਨੂੰ ਜੀ ਇਸੇ ਤਰ੍ਹਾਂ ਪੁੱਛਿਆ ਕਰੋ, ਕੈਰੀ ਫਾਰਵਰਡ ਰੱਖਿਆ ਕਰੋ। ਤੇ ਫਿਲਹਾਲ ਜੀ ਅੱਜ ਦੇ ਸ਼ੋਅ ਦੇ ਵਿੱਚ ਹੁਣ ਅੱਜ ਦੇ ਵਾਸਤੇ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ। ਸਤਿ ਸ਼੍ਰੀ ਅਕਾਲ ਜੀ, thank you। ਸੋ ਸੈਮੀਨਾਰ ਜੀ ਨਵਾਂ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਯੂਰਪ ਐਂਡ ਯੂਕੇ ਨੂੰ ਲੈ ਕੇ ਰਹੇਗਾ। ਸੋ ਡੇਟ ਮਿਸ ਨਹੀਂ ਕਰਨੀ ਜੀ, ਸੈਮੀਨਾਰ ਨੂੰ ਮਿਸ ਨਹੀਂ ਕਰਨਾ। ਜੋ ਵੀ ਤੁਹਾਡੇ ਸਵਾਲ ਨੇ, ਪ੍ਰੋਫਾਈਲਸ ਨੇ, ਇਕੱਲਿਆਂ ਨੇ ਜਾਣਾ ਹੈ, ਪੇਰੈਂਟਸ ਨੂੰ ਨਾਲ ਲੈ ਕੇ ਜਾਣਾ, ਜਾਂ ਤੁਸੀਂ ਹਸਬੈਂਡ ਵਾਈਫ ਨੇ ਜਾਣਾ, ਜ਼ਰੂਰ ਪਹੁੰਚੋ ਤੇ ਇਸ ਸੈਮੀਨਾਰ ਦਾ ਹਿੱਸਾ ਬਣੋ। ਆਪਣਾ ਖਿਆਲ ਰੱਖੋ। ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਧੰਨਵਾਦ।